ਹਾਂਡਾ ਸਾਹਿਬ ਬਹੁਤ ਸਮਾਂ ਤੁਸੀਂ ਡਾਵਰ ਸਾਹਿਬ ਦੇ ਨਾਲ ਕੱਟਿਆ, ਉਹਨਾਂ ਦੇ ਪੀਏ ਰਹੇ, ਤੁਸੀਂ ਬਹੁਤ ਕੁਝ ਇਕੱਠੇ ਕੀਤਾ ਹੋਣਾ, ਤਾਂ ਅੱਜ ਉਹਨਾਂ ਦੇ ਖਿਲਾਫ ਵੀ ਤੁਸੀਂ ਅੱਜ ਇੱਥੇ ਕਿਉਂ ਖੜੇ ਹੋ? ਵੀ ਅੱਜ ਉਹਨਾਂ ਨੂੰ ਆਰਾਮ ਦੀ ਜ਼ਰੂਰਤ ਹੈ, ਉਹਨਾਂ ਨੂੰ ਘਰ ਬੈਠਣਾ ਚਾਹੀਦਾ ਹੈ। ਸਾਡੇ ਵਰਗੇ ਯੂਥ ਦੇ ਸਿਰ ਦੇ ਉੱਤੇ ਹੱਥ ਰੱਖਣਾ ਚਾਹੀਦਾ ਕਿ ਤੁਸੀਂ ਅੱਗੇ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡਾ ਹੈ ਤੇ ਤੁਸੀਂ ਚੋਣ ਲੜੋ, ਮੈਂ ਤੁਹਾਡੇ ਨਾਲ ਆ, ਤੁਹਾਡੇ ਸਿਰ ਦੇ ਉੱਤੇ ਆਸ਼ੀਰਵਾਦ ਰੱਖਦਾ। ਉਹ ਡਾਵਰ ਸਾਹਿਬ ਦੇ ਜਿਹੜੀਆਂ ਚੋਣਾਂ ਹੈ ਉਹ ਠੋਕ ਕੇ ਲੜੀਆਂ, ਚਾਹੇ 3 ਜਿਹੜੇ ਚੁਣਾਵ ਹੈ ਡਾਵਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ, ਔਰ ਠੋਕ ਕੇ ਲੋਕ ਜੱਗ ਜ਼ਾਹਰ ਹੈ ਕਿ ਉਹਨਾਂ ਦੇ ਲਈ ਕਿੱਡੀ ਮਿਹਨਤ ਕੀਤੀ ਹੈ, ਲੋਕ ਦੱਸਦੇ ਆ। ਸੋ ਜਿੱਥੋਂ ਫਿਰ ਵਫਾ ਨਾ ਮਿਲੇ ਫਿਰ ਦਿਲ ਦੁਖਦਾ। ਪਿੱਛੇ ਮੈਂ ਕਾਉਂਸਲਰ ਦੀ ਟਿਕਟ ਮੰਗਦਾ ਸੀ 2018 ਦੇ ਵਿੱਚ, ਸੋ ਡਾਵਰ ਸਾਹਿਬ ਨੇ ਮੈਨੂੰ ਨਾ ਦੇ ਕੇ ਇੱਕ ਇਹੋ ਜਿਹੇ ਵਿਅਕਤੀ ਨੂੰ ਦਿੱਤੀ, ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ। ਲੇਕਿਨ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੇਰੀ ਬੰਦੀ ਸੀ, ਉਹਨਾਂ ਨੇ ਮੇਰੀ ਟਿਕਟ ਜਾਣ ਕੇ ਕੱਟੀ। ਗੁੱਸਾ ਕਾਹਦਾ, ਕਾਉਂਸਲਰ ਦੀ ਟਿਕਟ ਦਾ ਜਾਂ ਕੋਈ ਹੋਰ ਵੀ ਕੁਛ? ਮੈਂ ਦੱਸ ਰਿਹਾ ਕਿ ਸਭ ਤੋਂ ਵੱਡੀ ਗੱਲ ਜਿਹੜੀ ਵਰਕਰਾਂ ਦੀ ਅਣਦੇਖੀ। 5 ਸਾਲ ਸੈਂਟਰਲ ਹਲਕੇ ਦੇ ਵਰਕਰਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਾਂਗਰਸ ਦੀ ਸਰਕਾਰ ਆਈ ਵੀ ਕਿ ਨਹੀਂ ਆਈ। ਬੜੇ ਇਹੋ ਜਿਹੇ ਕੰਮ ਹੈ ਜਿਹੜੇ ਨਹੀਂ ਹੋ ਪਾਏ, ਜਿਨ੍ਹਾਂ ਵੱਲ ਧਿਆਨ ਹੀ ਨਹੀਂ ਦਿੱਤਾ। ਤੁਸੀਂ ਕਦੇ ਧਿਆਨ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਦੇਖੋ, ਹਮੇਸ਼ਾ ਸਾਨੂੰ ਕਦੀ ਬੁਲਾਵੇ ਕੋਈ ਤਾਂ ਹੀ ਤਾਂ ਜਾਈਏ। ਕਾਂਗਰਸ ਡਾਵਰ ਸਾਹਿਬ ਨੇ ਨਹੀਂ ਤੁਹਾਨੂੰ ਕੋਈ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਖਿਲਾਫ ਅਪਲਾਈ ਕੀਤੀ, ਤੂੰ ਮੇਰੇ ਨਾਲ ਇੰਨੀ ਦੇਰ ਰਿਹਾ ਵੀ ਤੂੰ ਮੇਰੇ ਖਿਲਾਫ ਹੀ ਕਿਉਂ ਖੜਾ? ਨਹੀਂ, ਮੈਨੂੰ ਨਹੀਂ ਕਰ ਲਏ, ਲੇਕਿਨ ਮੇਰੇ ਖਿਲਾਫ ਜਿਹੜੇ ਛੜਯੰਤਰ ਬੜੇ ਰਚੇ ਜਾ ਰਹੇ ਆ, ਜਿਹੜੇ ਸੁਣਨ ਨੂੰ ਆ ਰਹੇ ਆ, ਦੇਖਣ ਨੂੰ ਆ ਰਹੇ ਆ। ਸੋ ਕੋਈ ਗੱਲ ਨਹੀਂ ਹੈ, ਛੜਯੰਤਰ ਰਚੇ ਜਾ ਰਹੇ, ਉਹ ਆਉਣ ਵਾਲੇ ਸਮੇਂ 'ਚ ਜੇ ਉਹ ਪੂਰੇ ਹੋਣਗੇ, ਅਜੇ ਤਾਂ ਉਹ ਕਰੀ ਜਾ ਰਹੇ ਨੇ, ਪਲੈਨਿੰਗਾਂ ਬਹੁਤ ਹੋ ਰਹੀਆਂ ਹੈਗੀਆਂ। ਜੱਗ ਜ਼ਾਹਰ ਹੈ, ਮੈਨੂੰ ਕਹਿਣ ਦੀ ਵੀ ਲੋੜ ਨਹੀਂ, ਲੋਕਾਂ ਨੂੰ ਪਤਾ ਸੈਂਟਰਲ ਹਲਕੇ ਦੇ। ਮੈਂ ਸੈਂਟਰਲ ਹਲਕੇ ਦੀ ਗੱਲ ਨਹੀਂ ਕਰੂੰਗਾ, ਪੂਰੇ ਲੁਧਿਆਣੇ ਨੂੰ ਨਹੀਂ, ਬਾਹਰ ਵੀ ਪਤਾ ਕਿ ਡਾਵਰ ਸਾਹਿਬ ਆਪਣੇ ਪੁੱਤਰ ਮੋਹ ਦੇ ਵਿੱਚ ਫਸੇ ਹੋਏ ਆ, ਜਿਹਦੇ ਕਰਕੇ ਉਹ ਕਿਸੇ ਵੀ ਯੂਥ ਨੂੰ ਮੂਹਰੇ ਨਹੀਂ ਆਉਣ ਦਿੰਦੇ। ਪੰਜਾਬ ਦੇ ਵਿੱਚ ਇਸ ਸਮੇਂ ਠੰਡ ਬਹੁਤ ਆ, ਪਰ ਚੋਣਾਂ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਗਰਮਾਇਆ ਹੋਇਆ, ਕਿਉਂਕਿ ਚੜ੍ਹਦੇ ਸਾਲ 2022 ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ, ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਤਿਆਰੀ ਜਿਹੜੀ ਆ ਉਹ ਖਿੱਚੀ ਹੋਈ ਹੈ, ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ। ਪਰ ਜੇਕਰ ਆਪਾਂ ਕਾਂਗਰਸ ਦੀ ਗੱਲ ਕਰੀਏ, ਜੋ ਇਸ ਸਮੇਂ ਮੌਜੂਦਾ ਸੱਤਾ ਦੇ ਵਿੱਚ ਆ, ਤੇ ਉਸਨੇ ਵੀ ਹੁਣ ਆਪਣੇ ਫਾਰਮ ਕੱਢ ਦਿੱਤੇ ਨੇ ਕਿ ਜਿਹੜਾ ਵੀ ਵਰਕਰ ਜਿਸ ਵੀ ਸੀਟ ਤੋਂ ਅਪਲਾਈ ਕਰਨਾ ਚਾਹੁੰਦਾ, ਆਪਣੇ ਦਾਅਵੇਦਾਰੀ ਠੋਕਣਾ ਚਾਹੁੰਦਾ ਤਾਂ ਠੋਕ ਸਕਦਾ। ਤੇ ਜੇਕਰ ਆਪਾਂ ਲੁਧਿਆਣਾ ਹਲਕਾ ਸੈਂਟਰਲ ਦੀ ਗੱਲ ਕਰੀਏ, ਤਾਂ ਇੱਥੋਂ ਵੀ ਜਿਹੜਾ ਵਰਕਰ ਨੇ, ਕਈ ਵਰਕਰ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਆਪਣੀ ਦਾਅਵੇਦਾਰੀ ਠੋਕੀਏ। ਤੇ ਮੌਜੂਦਾ ਵਿਧਾਇਕ ਸੁਰਿੰਦਰ ਡਾਵਰ ਜਿਹੜੇ ਨੇ ਕਾਂਗਰਸ ਦੇ ਕਾਫੀ ਸੀਨੀਅਰ ਲੀਡਰ ਨੇ, ਤੇ ਬਹੁਤ ਸਾਲਾਂ ਤੋਂ ਜਿਹੜੇ ਨੇ ਉਹ ਸਿਆਸਤ ਦੇ ਵਿੱਚ ਨੇ, 2 ਵਾਰੀ ਕਾਫੀ ਵਾਰੀ MLA ਵੀ ਬਣੇ ਨੇ, ਤਾਂ ਉਹਨਾਂ ਦੇ ਖਿਲਾਫ ਹੀ ਜਿਹੜੇ ਉਹਨਾਂ ਦੇ ਵਰਕਰ ਨੇ ਉਹੀ ਹੁਣ ਆਪਣੀ ਦਾਅਵੇਦਾਰੀ ਵੀ ਠੋਕ ਰਹੇ ਨੇ। ਤਾਂ ਇੱਕ ਹੋਰ ਯੂਥ ਆਗੂ ਯੋਗੇਸ਼ ਹਾਂਡਾ, ਉਹਨਾਂ ਨੇ ਵੀ ਦਾਅਵੇਦਾਰੀ ਆਪਣੀ ਲੁਧਿਆਣਾ ਹਲਕਾ ਸੈਂਟਰਲ ਤੋਂ ਠੋਕੀ ਹੈ। ਪਰ ਇਸ ਦੇ ਵਿੱਚ ਇੰਟਰਸਟਿੰਗ ਗੱਲ ਕੀ ਹੈ, ਯੋਗੇਸ਼ ਹਾਂਡਾ ਖੁਦ ਡਾਵਰ ਸਾਹਿਬ ਦੇ ਕਈ ਸਾਲ ਜਿਹੜਾ ਉਹ ਪੀਏ ਰਹੇ ਨੇ, ਉਹਨਾਂ ਦੇ ਨਾਲ ਕੰਮ ਕੀਤਾ, ਤੇ ਅੱਜ ਉਹੀ ਉਹਨਾਂ ਦੀ ਸੀਟ ਤੋਂ ਜਿਹੜੀ ਆਪਣੀ ਦਾਅਵੇਦਾਰੀ ਠੋਕ ਰਹੇ ਨੇ। ਸਾਡੇ ਨਾਲ ਯੋਗੇਸ਼ ਹਾਂਡਾ ਜੀ ਮੌਜੂਦ ਨੇ। ਹਾਂਡਾ ਸਾਹਿਬ ਬਹੁਤ ਸਮਾਂ ਤੁਸੀਂ ਡਾਵਰ ਸਾਹਿਬ ਦੇ ਨਾਲ ਕੱਟਿਆ, ਉਹਨਾਂ ਦੇ ਪੀਏ ਰਹੇ, ਤੁਸੀਂ ਬਹੁਤ ਕੁਝ ਇਕੱਠੇ ਕੀਤਾ ਹੋਣਾ, ਤਾਂ ਅੱਜ ਉਹਨਾਂ ਦੇ ਖਿਲਾਫ ਵੀ ਤੁਸੀਂ ਅੱਜ ਇੱਥੇ ਕਿਉਂ ਖੜੇ ਹੋ? ਵੀ ਮੈਂ ਦਾਅਵੇਦਾਰ ਆ ਉਸ ਸੀਟ ਦਾ, ਤੁਸੀਂ ਕਿਉਂ ਆਪਣੀ ਦਾਅਵੇਦਾਰੀ ਉੱਥੋਂ ਮੰਨਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਡਾਵਰ ਸਾਹਿਬ ਬਹੁਤ ਲੰਬੇ ਸਮੇਂ ਤੋਂ ਰਾਜਨੀਤੀ ਕਰ ਰਹੇ, 40-45 ਸਾਲ ਉਹਨਾਂ ਨੂੰ ਹੋ ਗਏ ਰਾਜਨੀਤੀ ਕਰਦੇ। ਅੱਜ ਉਹਨਾਂ ਨੂੰ ਆਰਾਮ ਦੀ ਜ਼ਰੂਰਤ ਹੈ, ਉਹਨਾਂ ਨੂੰ ਘਰ ਬੈਠਣਾ ਚਾਹੀਦਾ ਹੈ। ਸਾਡੇ ਵਰਗੇ ਯੂਥ ਦੇ ਸਿਰ ਦੇ ਉੱਤੇ ਹੱਥ ਰੱਖਣਾ ਚਾਹੀਦਾ ਕਿ ਤੁਸੀਂ ਅੱਗੇ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡਾ ਹੈ, ਤੇ ਤੁਸੀਂ ਚੋਣ ਲੜੋ, ਮੈਂ ਤੁਹਾਡੇ ਨਾਲ ਆ, ਤੁਹਾਡੇ ਸਿਰ ਦੇ ਉੱਤੇ ਆਸ਼ੀਰਵਾਦ ਰੱਖਦਾ। ਸੋ ਇਹ ਗੱਲ ਨਹੀਂ। ਸੋ ਮੈਂ ਕਿਉਂ ਮੰਗਦਾ, ਕਿਉਂਕਿ ਮੈਂ 2006 ਤੋਂ ਲੈ ਕੇ ਡਾਵਰ ਸਾਹਿਬ ਦੇ ਨਾਲ ਕੰਮ ਕਰਦਾ ਆ ਰਿਹਾ। ਸੋ ਡਾਵਰ ਸਾਹਿਬ ਦੇ ਜਿਹੜੀਆਂ ਚੋਣਾਂ ਹੈ ਉਹ ਠੋਕ ਕੇ ਲੜੀਆਂ, ਚਾਹੇ 3 ਜਿਹੜੇ ਚੁਣਾਵ ਹੈ ਡਾਵਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ, ਔਰ ਠੋਕ ਕੇ ਲੋਕ ਜੱਗ ਜ਼ਾਹਰ ਹੈ ਕਿ ਉਹਨਾਂ ਦੇ ਲਈ ਕਿੱਡੀ ਮਿਹਨਤ ਕੀਤੀ ਹੈ, ਲੋਕ ਦੱਸਦੇ ਆ। ਸੋ ਜਿੱਥੋਂ ਫਿਰ ਵਫਾ ਨਾ ਮਿਲੇ ਫਿਰ ਦਿਲ ਦੁਖਦਾ। ਸੋ ਅੱਜ ਲੋਕ ਚੇਂਜ ਚਾਹੁੰਦੇ ਆ, ਲੋਕ ਨਵਾਂ ਚਿਹਰਾ ਚਾਹੁੰਦੇ ਆ। ਸੋ ਲੋਕਾਂ ਦੀ ਆਵਾਜ਼ ਦੇ ਉੱਤੇ ਪਹਿਰਾ ਦਿੰਦੇ ਹੋਏ ਮੈਂ ਜਿਹੜਾ ਵਰਕਰ ਦੀ ਆਵਾਜ਼ ਕਿ ਵਫਾ, ਤੁਸੀਂ ਕਿਹਾ ਵਫਾ ਨਹੀਂ ਮਿਲੀ, ਤਾਂ ਫਿਰ ਉੱਥੇ ਕੀ ਫਾਇਦਾ? ਕੀ ਹੋਇਆ ਕੀ ਹੈ ਫਿਰ? ਤੁਸੀਂ ਕਹਿ ਰਹੇ ਹੋ ਕਿ ਵਫਾ ਨਹੀਂ ਉੱਥੋਂ ਮਿਲੀ, ਕੀ ਉਹਨਾਂ ਨੇ ਕੀ ਕੀਤਾ? ਜਦੋਂ ਨੇਤਾ ਲੋਕ ਆਪਣੇ ਪੁੱਤਰ ਮੋਹ ਦੇ ਵਿੱਚ ਫਸ ਜਾਂਦੇ ਆ, ਸੋ ਉਦੋਂ ਬੜੀਆਂ ਗੱਲਾਂ ਹੁੰਦੀਆਂ। ਸੋ ਸਾਹਮਣਾ ਜਿਹੜਾ ਨਾ, ਜਿਹਨੇ ਤੁਹਾਡੇ ਲਈ ਬਹੁਤ ਕੰਮ ਕੀਤਾ ਹੋਵੇ, ਉਹ ਵੀ ਉਹਨਾਂ ਨੂੰ ਗਲਤ ਲੱਗਣ ਲੱਗ ਜਾਂਦਾ। ਸੋ ਮੈਂ ਹੁਣ ਅੱਗੇ ਵੀ ਬਹੁਤ ਵਾਰ ਇਹ ਗੱਲ ਮੀਡੀਆ ਰਾਹੀਂ ਵੀ ਦੱਸੀ ਹੈ ਕਿ
ਉਹਨਾਂ ਵੱਲੋਂ ਜੋ ਮੈਂ ਉਹਨਾਂ ਲਈ ਕੰਮ ਕੀਤਾ ਉਹਨਾਂ ਵੱਲੋਂ ਉਹ ਮੈਨੂੰ ਨਹੀਂ ਵਫਾ ਮਿਲੀ। ਐਕਸਪੈਕਟ ਕੀ ਕਰਦੇ ਸੀਗੇ? ਹਰੇਕ ਕਿਸੇ ਦੀਆਂ ਐਕਸਪੈਕਟੇਸ਼ਨਸ ਹੁੰਦੀਆਂ ਨੇ, ਐਕਸਪੈਕਟ ਕੀ ਕਰਦੇ ਸੀਗੇ ਕਿ ਉਹ ਕੀ ਤੁਹਾਡੇ ਵਾਸਤੇ? ਦੇਖੋ, ਮੈਂ ਸੇਵਾ, ਮੇਰਾ ਸ਼ੁਰੂ ਤੋਂ ਹੀ ਇੱਕ ਜਜ਼ਬਾ ਹੈ ਕੰਮ ਕਰਨ ਦਾ, ਲੋਕਾਂ ਦੇ ਹਿੱਤ ਦੇ ਲਈ ਕੰਮ ਕਰਨ ਦਾ। ਤੁਸੀਂ ਮੈਨੂੰ ਦੇਖਿਆ, ਤੁਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਮੈਂ ਬਹੁਤ ਕੁਝ ਕਰਦਾ ਰਹਿਣਾ, ਕਿਉਂਕਿ ਜਿੱਦਾਂ ਕਰੋਨਾ ਕਾਲ ਦੇ ਵਿੱਚ ਤੁਸੀਂ ਦੇਖਿਆ ਅਸੀਂ ਦੋਨੋਂ ਲਹਿਰਾਂ ਦੇ ਵਿੱਚ ਵੱਧ ਚੜ੍ਹ ਕੇ ਇੱਕ ਦਿਨ ਘਰ ਨਹੀਂ ਬੈਠੇ। ਉਸ ਤੋਂ ਬਾਅਦ ਕਿਸਾਨੀ ਮੋਰਚੇ ਦੀ ਗੱਲ ਹੋਵੇ, ਕਿਸਾਨੀ ਮੋਰਚੇ ਦੇ ਵਿੱਚ ਮੂਹਰੇ ਹੋ ਕੇ ਆਪਾਂ ਆਪਣੀ ਟੀਮ ਦੇ ਨਾਲ, ਮੈਂ ਇਕੱਲਾ ਕੁਛ ਨਹੀਂ, ਮੇਰੀ ਟੀਮ ਮੈਨੂੰ ਬਹੁਤ ਜ਼ਿਆਦਾ ਹੌਸਲਾ ਦਿੰਦੀ ਹੈ, ਮੈਨੂੰ ਬਹੁਤ ਜ਼ਿਆਦਾ ਤਾਕਤ ਦਿੰਦੀ ਹੈ। ਉਹਦੇ ਕਰਕੇ ਮੈਂ ਕਿਸੇ ਦੇ ਨਾਲ ਵੀ ਲੜ ਜਾਂਦਾ। ਸੋ ਮੈਨੂੰ ਸ਼ੌਂਕ ਹੈ ਕੰਮ ਕਰਨ ਦਾ, ਲੋਕਾਂ ਦੇ ਹੱਕਾਂ ਦੀ ਆਵਾਜ਼ ਬਣ ਕੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ ਹੈ। ਸੋ ਮੈਨੂੰ ਸ਼ੌਂਕ ਹੈ ਕੰਮ ਕਰਨ ਦਾ। ਪਿੱਛੇ ਮੈਂ ਕਾਉਂਸਲਰ ਦੀ ਟਿਕਟ ਮੰਗਦਾ ਸੀ 2018 ਦੇ ਵਿੱਚ। ਸੋ ਡਾਵਰ ਸਾਹਿਬ ਨੇ ਮੈਨੂੰ ਨਾ ਦੇ ਕੇ ਇੱਕ ਇਹੋ ਜਿਹੇ ਵਿਅਕਤੀ ਨੂੰ ਦਿੱਤੀ, ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ। ਲੇਕਿਨ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰੀ ਬੰਦੀ ਸੀ, ਉਹਨਾਂ ਨੇ ਮੇਰੀ ਟਿਕਟ ਜਾਣ ਕੇ ਕੱਟੀ। ਸੋ ਅੱਜ ਮਤਲਬ ਉਸ ਦਾ ਹੀ ਗੁੱਸਾ ਹੈ ਕਿ ਕਾਉਂਸਲਰ ਦੀ ਟਿਕਟ ਮੇਰੀ ਕੱਟੀ, ਉਸ ਦਾ ਹੀ ਗੁੱਸਾ? ਨਹੀਂ, ਗੁੱਸੇ ਤਾਂ ਕਈ ਨਹੀਂ। ਉਹ ਤਾਂ ਇੱਕ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸੀ ਹੈ। ਗੁੱਸੇ ਐ ਨੇ, ਹੁਣ ਜਿਹੜਾ ਅੱਜ ਪਾਰਟੀ ਦਾ ਵਰਕਰ ਹੈ ਮਾਯੂਸ ਬੈਠਾ ਹੈ। ਇਹ 5 ਸਾਲਾਂ ਦੇ ਵਿੱਚ ਵਰਕਰ ਦੀ ਬਿਲਕੁਲ ਵੀ ਪੁੱਛ ਨਹੀਂ ਹੋਈ। ਅੱਜ ਵਰਕਰ ਦੀ ਆਵਾਜ਼ ਹੈ ਕਿ ਕੋਈ ਨਵਾਂ ਚਿਹਰਾ ਆਉਣਾ ਚਾਹੀਦਾ, ਤਾਂ ਉਹਨਾਂ ਦੀ ਆਵਾਜ਼ ਦੇ ਉੱਤੇ ਪਹਿਰਾ ਦੇ ਰਹੇ ਹਾਂ। ਮੇਨ ਗੁੱਸਾ ਕਾਹਦਾ, ਕਾਉਂਸਲਰ ਦੀ ਟਿਕਟ ਦਾ ਜਾਂ ਕੋਈ ਹੋਰ ਵੀ ਗੁੱਸਾ? ਮੈਂ ਦੱਸ ਰਿਹਾ ਕਿ ਸਭ ਤੋਂ ਵੱਡੀ ਗੱਲ ਜਿਹੜੀ ਵਰਕਰਾਂ ਦੀ ਅਣਦੇਖੀ। 5 ਸਾਲ ਸੈਂਟਰਲ ਹਲਕੇ ਦੇ ਵਰਕਰਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਾਂਗਰਸ ਦੀ ਸਰਕਾਰ ਆਈ ਵੀ ਕਿ ਨਹੀਂ ਆਈ। ਅੱਜ ਵਰਕਰ, ਮੈਂ ਪਿੱਛੇ ਸਾਂਝੀ ਸਿਆਸਤ ਸਾਂਝੀ ਵਿਰਾਸਤ ਕਾਂਗਰਸ ਦੇ ਹੀਰੇ, ਇੱਕ ਯੂਥ ਕਾਂਗਰਸ ਨੇ ਪ੍ਰੋਗਰਾਮ ਉਲੀਕਿਆ, ਉਹ ਕੀਤਾ ਸੀ। ਸੋ ਉਹਦੇ ਵਿੱਚ ਜਿਨ੍ਹਾਂ ਨੇ ਕਾਂਗਰਸ ਨੂੰ ਸੀਚਿਆ, ਜਿਨ੍ਹਾਂ ਨੇ ਕਾਂਗਰਸ ਬਣਾਈ ਹੈ, ਜਿਨ੍ਹਾਂ ਨੇ ਕਾਂਗਰਸ ਲਈ ਆਪਣੇ ਖੂਨ ਦੇ ਕਤਰੇ ਵਹਾਏ ਨੇ, ਉਹ ਲੋਕ ਉੱਥੇ ਆਏ ਸੀ। ਉਹਨਾਂ ਨੇ ਆ ਕੇ ਉੱਥੇ ਸਪੀਚਿਸ ਵੀ ਕੀਤੀਆਂ, ਉਹਨਾਂ ਨੇ ਆ ਕੇ ਮੈਨੂੰ ਆਸ਼ੀਰਵਾਦ ਵੀ ਦਿੱਤਾ। ਸੋ ਉਹ ਮਾਯੂਸ ਘਰ ਬੈਠਾ ਹੈ ਜਿਹੜੇ ਇਹਨਾਂ ਨੂੰ ਵਿਧਾਇਕ ਸਾਹਿਬ ਨੂੰ ਜਿਤਾਉਂਦੇ ਰਹੇ ਹੈ। ਸੋ ਅੱਜ ਵਰਕਰ ਦੀ ਅਣਦੇਖੀ ਹੋ ਰਹੀ ਹੈ। ਵਰਕਰ ਤਗੜਾ ਹੋਊਗਾ ਤੇ ਸਰਕਾਰ ਦੁਬਾਰਾ ਆਊਗੀ। ਤੁਸੀਂ ਵਿਧਾਇਕ ਤਾਂ ਬਣੋਗੇ, ਵਰਕਰ ਨੂੰ ਤਗੜਾ ਕਰਨ ਦੀ ਗੱਲ ਕਰੋ, ਵਰਕਰ ਦੀ ਗੱਲ ਕਰਨੀ ਚਾਹੀਦੀ। ਵਰਕਰ ਚਾਹੁੰਦਾ ਕਿ ਤੁਸੀਂ ਕਹਿੰਦੇ ਕਿ ਉਹਨਾਂ ਨੇ ਵਰਕਰਾਂ ਦੀ ਸਾਰ ਨਹੀਂ ਦਿੱਤੀ। ਵਰਕਰ ਕਿਹੜੀ ਗੱਲ ਲੈ ਕੇ ਉਹਨਾਂ ਦੇ ਕੋਲ ਗਿਆ ਸੀ ਜਿਹੜਾ ਉਹਨਾਂ ਨੇ ਫਿਰ ਉਹ ਪੂਰਾ ਨਹੀਂ ਕੀਤਾ? ਦੇਖੋ, ਵਰਕਰ ਤੁਹਾਨੂੰ ਜਿਤਾਤਾ ਤੇ ਵਰਕਰ ਹੀ ਤੁਹਾਡੇ ਕੋਲ ਆਵੇ। MLA ਦਾ ਫਰਜ਼ ਨਹੀਂ ਕਿ ਵਰਕਰ ਦੀ ਸੁੱਧ ਬੁੱਧ ਵੀ ਲੈਣੀ ਚਾਹੀਦੀ ਹੈ। ਵਰਕਰ ਨੂੰ ਕੀ ਮੁਸੀਬਤ ਆ ਰਹੀ ਹੈ, ਕੀ ਦਿੱਕਤ ਆ ਰਹੀ ਹੈ, ਵਰਕਰ ਦੇ ਘਰ ਜਾ ਕੇ ਪੁੱਛਣੀ ਚਾਹੀਦੀ ਹੈ, ਕਿਉਂਕਿ ਵਰਕਰ ਹੀ, ਜਨਤਾ ਹੀ ਤੁਹਾਨੂੰ MLA ਬਣਾਉਂਦੀ ਹੈ, ਜਨਤਾ ਹੀ MLA ਦੀ ਕੁਰਸੀ ਤੋਂ ਲਾਉਂਦੀ ਹੈ। ਸੋ ਜਨਤਾ ਤੇ ਵਰਕਰ ਦਾ ਤੁਹਾਨੂੰ ਧਿਆਨ ਰੱਖਣਾ ਪਊਗਾ। ਕਿੱਦਾਂ ਦੀਆਂ ਮੁਸੀਬਤਾਂ ਆ ਰਹੀਆਂ ਸੀ ਵਰਕਰਾਂ ਨੂੰ? ਖੁਦ ਤੁਸੀਂ ਵੀ ਇੱਕ ਚਲੋ ਵਰਕਰ ਹੀ ਹੋ, ਤੁਸੀਂ ਯੂਥ ਦੇ ਪ੍ਰੈਜ਼ੀਡੈਂਟ ਵੀ ਹੋ, ਇੱਕ ਵਰਕਰ ਵੀ ਹੋ ਕਾਂਗਰਸ ਪਾਰਟੀ, ਤੇ ਤੁਹਾਨੂੰ ਕੀ ਮੁਸ਼ਕਿਲਾਂ ਦਾ ਕੀ ਆ ਰਹੀਆਂ ਸੀ? ਦੇਖੋ, 10 ਸਾਲ ਅਕਾਲੀ ਦਲ ਦਾ ਰਾਜ ਰਿਹਾ, ਤੁਹਾਨੂੰ ਪਤਾ ਹੈ ਉਸ ਸਮੇਂ ਦੇ ਵਿੱਚ ਕੀ ਹੋਇਆ। ਸੋ ਵਰਕਰ ਮਾਯੂਸ ਸੀਗਾ। ਜਦੋਂ ਸਰਕਾਰ ਆਈ, ਵਰਕਰ ਦੇ ਚਿਹਰੇ 'ਤੇ ਰੌਣਕ ਸੀ, ਤੇ ਜੋ ਆਪਣੇ ਸਰੀਰਾਂ 'ਤੇ ਹੰਢਾਇਆ ਹੋਵੇ, ਆਪਣੀ ਮਾਨਸਿਕਤਾ 'ਤੇ ਓਪੋਜੀਸ਼ਨ 'ਚ ਹੰਢਾਇਆ ਹੋਵੇ, ਤੇ ਜਦੋਂ ਸਰਕਾਰ ਆਵੇ ਤੇ ਬੜੀ ਖੁਸ਼ੀ ਹੁੰਦੀ ਹੈ। ਤੇ ਫਿਰ ਆਪਣੀ ਸਰਕਾਰ ਵੀ ਅਣਦੇਖੀ ਕਰੇ, MLA ਅਣਦੇਖੀ ਕਰੇ ਵਰਕਰ ਦੀ, ਤੇ ਉਹ ਫਿਰ ਵਰਕਰ ਦੇ ਜਿਹੜੇ ਜਜ਼ਬਾਤ ਉਹ ਪਹਿਲਾਂ ਤਾਂ ਦਬਾ ਕੇ ਰੱਖਦਾ। ਜਦੋਂ ਹੁਣ ਦੁਬਾਰਾ ਚੋਣਾਂ ਆਈਆਂ ਤੇ ਉਹ ਆਪਣੀਆਂ ਜਿਹੜੇ ਜਜ਼ਬਾਤਾਂ ਨੂੰ ਬਾਹਰ ਕੱਢੇਗਾ। ਤੁਸੀਂ ਦੇਖਿਓ ਅੱਗੇ ਹੁੰਦਾ ਕੀ। ਤੇ ਜਿਸ ਤਰ੍ਹਾਂ ਡਾਵਰ ਸਾਹਿਬ ਤਾਂ ਕਹਿੰਦੇ ਨੇ ਮੈਂ ਬਹੁਤ ਆਪਣੇ ਹਲਕੇ ਦੇ ਵਿੱਚ ਕੰਮ ਕਰਾਇਆ, ਤੇ ਲੋਕ ਕੰਮਾਂ ਨੂੰ ਹੀ ਵੋਟ ਪਾਉਂਦੇ ਨੇ, ਤੇ ਲੋਕਾਂ ਦੀ ਹੀ ਆਵਾਜ਼ ਹੁੰਦੀ ਹੈ ਕਿ ਕਿੰਨੇ MLA ਬਣਨਾ ਹੈ। ਕਾਂਗਰਸ ਪਾਰਟੀ ਵੀ ਕਹਿੰਦੇ ਲੋਕਾਂ ਦਾ ਮੈਂਡੇਟ ਸੁਣਦੀ ਹੈ ਵੀ ਲੋਕ ਕੀ ਚਾਹੁੰਦੇ ਨੇ, ਕਾਂਗਰਸ ਪਾਰਟੀ ਉਹੀ ਕਰਦੀ ਆ। ਕਾਂਗਰਸ ਦਾ ਸੰਵਿਧਾਨ ਜੋ ਰਿਹਾ, ਪਰ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਦੀ ਤਾਂ ਆਵਾਜ਼ ਉਹੀ ਨੇ ਕਿ ਡਾਵਰ ਸਾਹਿਬ ਹੀ ਆਉਣ? ਦੇਖੋ, ਲੋਕ ਕੀ ਚਾਹੁੰਦੇ? ਤੁਸੀਂ ਵਰਕਰਾਂ ਦੀ ਦੱਸੀ, ਲੋਕ ਕੀ ਚਾਹੁੰਦੇ ਨੇ? ਮੈਂ ਲੋਕਾਂ ਦੀ ਵੀ ਨਾਲ ਦੱਸ ਰਿਹਾ, ਮੈਂ ਵਰਕਰ ਤੇ ਲੋਕ ਨਾਲ ਦੱਸ ਰਿਹਾ। ਦੂਜੀ ਗੱਲ, ਨੋ ਡਾਊਟ ਕੰਮ ਕੀਤੇ, ਲੇਕਿਨ ਜਿਹੜੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਸੀ ਉਹ ਨਹੀਂ ਕੀਤਾ। ਅੱਜ ਤੁਸੀਂ ਭੀੜੇ ਬਾਜ਼ਾਰਾਂ ਦੇ ਵਿੱਚ ਜਾ ਕੇ ਦੇਖੋ, ਹਲਕੇ ਸੈਂਟਰਲ ਦੇ ਵਿੱਚ ਸੀਵਰੇਜ ਦੀ ਕਿੱਡੀ ਵੱਡੀ ਦਿੱਕਤ ਹੈ, ਕਦੀ ਚੇਂਜ ਹੀ ਨਹੀਂ ਕੀਤਾ। 50 ਸਾਲ ਪੁਰਾਣਾ ਸੀਵਰੇਜ ਉਹੀ ਪਿਆ, ਉਹ ਆਏ ਦਿਨ ਬੰਦ ਹੋਇਆ ਰਹਿੰਦਾ। ਉੱਥੇ ਦਿੱਕਤਾਂ, ਉੱਥੇ ਜਿੱਥੇ ਮਸ਼ੀਨਰੀ ਵੀ ਅੰਦਰ ਨਹੀਂ ਜਾ ਸਕਦੀ ਸਾਫ਼ ਕਰਨ ਦੇ ਲਈ, ਉਹ ਤੁਸੀਂ ਚੇਂਜ ਕਿਉਂ ਨਹੀਂ? ਕੱਲ੍ਹ ਉਹੀ ਉਹਨੇ ਛੋਟੇ ਪਾਈਪ ਤੁਸੀਂ ਉਹਨੂੰ ਚੇਂਜ ਕਰਾ ਸਕਦੇ ਸੀਗੇ। ਹੋਰ ਇਹੋ ਜਿਹੇ ਬੜੇ ਕੰਮ ਹੈ। ਗਰੀਨਰੀ ਦੀ ਸਭ ਤੋਂ ਵੱਡੀ ਗੱਲ ਹੈ, ਜਿੱਥੇ ਪੋਲਿਊਸ਼ਨ
ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ, ਲੋਕਾਂ ਨੂੰ ਸਾਹਾਂ ਦੀ ਦਿੱਕਤ ਆ ਰਹੀ ਹੈ। ਤੁਹਾਨੂੰ ਗ੍ਰੀਨ ਬੈਲਟ ਬਣਾਉਣ ਦੀ ਲੋੜ ਸੀ, ਚਾਹੇ ਪਤਲੀ ਗਲੀਆਂ ਉਹ ਗਮਲੇ ਆਉਂਦੇ ਆ, ਹੈਂਗਿੰਗ ਗਾਰਡਨ ਬਣਦੇ ਆ, ਬੜਾ ਕੁਛ ਹੈ। ਸੋ ਇੱਦਾਂ ਦੀ ਜਿਹੜੇ ਛੋਟੇ ਛੋਟੇ ਕੰਮ ਹੈ ਜਿਹਦੇ ਨਾਲ ਆਪਣਾ ਜਿਹੜਾ ਲੁਧਿਆਣਾ ਖੂਬਸੂਰਤ ਬਣਦਾ ਔਰ ਲੋਕ ਉਹਦੇ ਤੋਂ ਬੈਨੀਫਿਟ ਲੈ ਸਕਦੇ ਆ। ਸੋ ਬੜੇ ਇਹੋ ਜਿਹੇ ਕੰਮ ਹੈ ਜਿਹੜੇ ਨਹੀਂ ਹੋ ਪਾਏ, ਜਿਨ੍ਹਾਂ ਵੱਲ ਧਿਆਨ ਹੀ ਨਹੀਂ ਦਿੱਤਾ। ਅੱਛਾ, ਤੇ ਤੁਸੀਂ ਕਦੇ ਧਿਆਨ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਦੇਖੋ, ਹਮੇਸ਼ਾ ਸਾਨੂੰ ਕਦੀ ਬੁਲਾਵੇ ਕੋਈ ਤਾਂ ਹੀ ਤਾਂ ਜਾਈਏ। ਤੁਹਾਨੂੰ ਦੱਸਿਆ ਕਿ ਵਰਕਰ ਦੀ ਅਣਦੇਖੀ ਹੋਈ ਹੈ, ਜਿਹਦੇ ਕਰਕੇ ਅੱਜ ਗੁੱਸਾ ਬਾਹਰ ਆ ਰਿਹਾ। ਤੇ ਕੰਮ ਕਿਹੜੇ ਲੱਗਦਾ ਤੁਹਾਨੂੰ ਵੀ ਹੋਏ ਨੇ ਜਿਹੜੇ ਵਧੀਆ ਹੋਏ ਨੇ ਕੰਮ? ਨਹੀਂ, ਦੇਖੋ, ਜਦੋਂ ਸਾਡੇ ਸ਼ਿਵਾਜੀ ਨਗਰ ਦਾ ਨਾਲਾ ਹੋ ਰਿਹਾ, ਸੋ ਜਿਹੜਾ ਕੰਮ ਕਹਿੰਦੇ ਸਲਾਹੁਣ ਵਾਲੀ ਗੱਲ ਹੋਏ ਉਹਦੀ ਸਲਾਹਣਾ ਵੀ ਚਾਹੀਦਾ। ਸੋ ਕਾਂਗਰਸ ਪਾਰਟੀ ਦੀ ਦੇਣ ਹੈ, ਸਾਡੀ ਸਰਕਾਰ ਨੇ ਉਹਦੇ ਲਈ ਫੰਡਸ ਅਰੇਂਜ ਕਰਵਾਏ ਐਮਐਲਏ ਸਾਹਿਬ ਨੂੰ। ਸੋ ਜਿਹੜਾ ਕੰਮ ਹੈਗਾ ਉਹ ਹੋਇਆ ਵੀ, ਲੇਕਿਨ ਜਿਹੜੇ ਕੰਮ ਹੋਣੇ ਚਾਹੀਦੇ ਸੀਗੇ ਉਹ ਨਹੀਂ ਵੀ ਹੋਏ, ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਤੇ ਤੁਸੀਂ ਇੰਨੇ ਸਾਲ ਡਾਵਰ ਸਾਹਿਬ ਦੇ ਨਾਲ ਕੱਟੇ, ਹੁਣ ਜਦੋਂ ਟਿਕਟ ਦੀ ਤੁਸੀਂ ਦਾਅਵੇਦਾਰੀ ਠੋਕਦੇ ਹੋ, ਪਬਲਿਕਲੀ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਆਹ ਕੰਮ ਨਹੀਂ ਕਰਾਏ, ਉਸ ਤੋਂ ਬਾਅਦ ਕਦੀ ਕੋਈ ਫੋਨ ਉੱਥੋਂ ਆਇਆ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ, ਵੀ ਇੱਦਾਂ? ਕਿਉਂਕਿ ਲੰਬਾ ਸਮਾਂ ਨਾਲ ਰਹੇ ਹੋ, ਇੱਕ ਰਿਸ਼ਤਾ ਬਣ ਜਾਂਦਾ। ਦੇਖੋ, ਲੋਕਤੰਤਰ ਹੈ, ਇਹਦੇ 'ਚ ਡੈਮੋਕ੍ਰੇਸੀ ਦੇ ਵਿੱਚ ਹਰੇਕ ਨੂੰ ਆਪਣੀ ਗੱਲ ਰੱਖਣ ਦਾ, ਟਿਕਟ ਅਪਲਾਈ ਕਰਨ ਦਾ ਅਧਿਕਾਰ ਹੈ। ਸੋ ਇਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੇ ਵਰਕਰ ਹਾਂ। ਕਾਂਗਰਸ ਪਾਰਟੀ ਨੇ ਬੜਾ ਮਾਣ, ਇੱਜ਼ਤ, ਪਿਆਰ ਦਿੱਤਾ। ਅੱਜ ਜਿਵੇਂ ਜ਼ਿਲ੍ਹਾ ਪ੍ਰਧਾਨ ਵੀ ਹਾਂ ਯੂਥ ਕਾਂਗਰਸ ਦਾ, ਸੋ ਇਹਦੇ ਵਿੱਚ ਵੀ ਪਾਰਟੀ ਨੇ ਆਸ਼ੀਰਵਾਦ ਦਿੱਤਾ। ਪਾਰਟੀ ਨੇ ਸਾਨੂੰ ਇੱਕ ਦਿਸ਼ਾ ਦਿਖਾਈ ਕਿ ਯੂਥ ਵਾਸਤੇ ਇੱਕ ਇਲੈਕਸ਼ਨ ਮੁਹਿੰਮ ਲੈ ਕੇ ਆਈ ਹੈ। ਸੋ ਉਸ ਮੁਹਿੰਮ ਦੇ ਤਹਿਤ ਮੈਂ ਇਲੈਕਸ਼ਨ ਲੜ ਕੇ ਪ੍ਰਧਾਨ ਬਣਿਆ। ਸੋ ਕਾਂਗਰਸ ਡਾਵਰ ਸਾਹਿਬ ਨੇ ਨਹੀਂ ਤੁਹਾਨੂੰ ਕੋਈ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਖਿਲਾਫ ਅਪਲਾਈ ਕੀਤੀ, ਤੂੰ ਮੇਰੇ ਨਾਲ ਇੰਨੀ ਦੇਰ ਰਿਹਾ ਵੀ ਤੂੰ ਮੇਰੇ ਖਿਲਾਫ ਹੀ ਕਿਉਂ ਖੜਾ ਹੋ? ਨਹੀਂ, ਮੈਨੂੰ ਨਹੀਂ ਕਰ ਲਏ, ਲੇਕਿਨ ਮੇਰੇ ਖਿਲਾਫ ਜਿਹੜੇ ਛੜਯੰਤਰ ਬੜੇ ਰਚੇ ਜਾ ਰਹੇ ਆ, ਜਿਹੜੇ ਸੁਣਨ ਨੂੰ ਆ ਰਹੇ ਆ, ਦੇਖਣ ਨੂੰ ਆ ਰਹੇ ਆ। ਸੋ ਕੋਈ ਗੱਲ ਨਹੀਂ, ਛੜਯੰਤਰ ਰਚੇ ਜਾ ਰਹੇ ਨੇ। ਉਹ ਆਉਣ ਵਾਲੇ ਸਮੇਂ 'ਚ ਜੇ ਉਹ ਪੂਰੇ ਹੋਣਗੇ, ਅਜੇ ਤਾਂ ਉਹ ਕਰੀ ਜਾ ਰਹੇ ਨੇ, ਪਲੈਨਿੰਗਾਂ ਬਹੁਤ ਹੋ ਰਹੀਆਂ ਹੈਗੀਆਂ, ਉਹ ਕੋਈ ਗੱਲ ਨਹੀਂ। ਇਸ ਤਰ੍ਹਾਂ ਦੀਆਂ ਪਲੈਨਿੰਗਾਂ ਫਿਰ ਜਦ ਹੁਣ ਖੁੱਲ੍ਹ ਕੇ ਬੋਲ ਰਹੇ ਹੋ ਤਾਂ ਮੈਂ ਖੁੱਲ੍ਹ ਕੇ ਹੀ ਬੋਲ ਰਿਹਾ। ਜਿਹੜੀ ਗੱਲ ਹੈ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਤਾਂ ਪਲੈਨਿੰਗਾਂ ਹੋਈਆਂ, ਜਦੋਂ ਸਾਹਮਣੇ ਆਉਣਗੇ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਪਲੈਨਿੰਗ, ਨਹੀਂ ਤੁਹਾਨੂੰ ਪਤਾ ਹੀ ਹੋਣਾ ਕਿਸ ਤਰ੍ਹਾਂ ਦੀ ਪਲੈਨਿੰਗ ਹੋ ਰਹੀ ਹੈ, ਉਹ ਵੀ ਤਾਂ ਦੱਸੋ। ਦੇਖੋ, ਛੜਯੰਤਰ ਜਿਹੜੇ ਰਚੇ ਜਾ ਰਹੇ ਆ ਉਹ ਰਚੇ ਹੀ ਜਾ ਰਹੇ ਆ। ਉਹ ਲੋਕਾਂ ਨੂੰ ਵੀ ਪਤਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਵੀ ਲੱਗ ਜਾਣਗੇ। ਤਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਪਾਰਟੀ ਜਿਹੜੀ ਹੈ ਟਿਕਟ ਇੱਥੋਂ ਦੇਗੀ? ਬਿਲਕੁਲ ਮਾਣ ਹੈ। ਕਾਂਗਰਸ ਦੀ ਵਰਕਰਾਂ ਦੀ ਆਵਾਜ਼ ਹੈ, ਜਨਤਾ ਦੀ ਆਵਾਜ਼ ਹੈ, ਚੇਂਜ ਕਰਨ ਦੀ ਆਵਾਜ਼ ਹੈ। ਕਿਉਂਕਿ ਦੇਖੋ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਡਾਵਰ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ 40-45 ਸਾਲ ਕਾਂਗਰਸ ਪਾਰਟੀ ਦੇ ਵਿੱਚ ਲਾਤੇ। ਅੱਜ ਉਹਨਾਂ ਨੂੰ ਕੀ ਕਹਿਣਾ ਨਹੀਂ ਚਾਹੀਦਾ ਕਿ ਮੈਂ ਬਹੁਤ ਸਿਆਸਤ ਕਰ ਲਈ, ਹੁਣ ਮੈਂ ਆਰਾਮ ਨਾਲ ਬੈਠਦਾ, ਮੈਂ ਆਰਾਮ ਕਰਦਾ, ਮੈਨੂੰ ਆਰਾਮ ਦੀ ਜ਼ਰੂਰਤ ਹੈ। ਤੁਸੀਂ ਯੂਥ ਹੋ, ਤੁਹਾਨੂੰ ਮੂਹਰੇ ਆਉਣਾ ਚਾਹੀਦਾ। ਮੈਂ ਤੁਹਾਡੇ 'ਤੇ ਆਸ਼ੀਰਵਾਦ ਰੱਖਦਾ, ਤੁਸੀਂ ਆ ਕੇ ਇਲੈਕਸ਼ਨ ਲੜੋ। ਸੋ ਸਾਡੇ ਲਈ ਵੀ ਛਾਤੀ ਚੌੜੀ ਹੋਗੀ, ਸਾਡੇ ਲਈ ਵੀ ਮਾਣ ਦੀ ਗੱਲ ਹੋਗੀ, ਸਾਡਾ ਵਿਧਾਇਕ ਸਾਡੇ ਬਾਰੇ ਸੋਚ ਰਿਹਾ। ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਪੁੱਤਰ ਮੋਹ ਦੇ ਵਿੱਚ ਉਹਨਾਂ ਨੇ ਵਰਕਰ ਅਣਦੇਖੇ ਕੀਤੇ ਨੇ, ਕੀ ਪੁੱਤਰ ਮੋਹ ਦੇ ਵਿੱਚ ਕੀ ਉਹ ਕਰਦੇ ਰਹੇ? ਦੇਖੋ, ਜੱਗ ਜ਼ਾਹਰ ਹੈ, ਮੈਨੂੰ ਕਹਿਣ ਦੀ ਵੀ ਲੋੜ ਨਹੀਂ, ਲੋਕਾਂ ਨੂੰ ਪਤਾ। ਸੈਂਟਰਲ ਹਲਕੇ ਦੇ, ਮੈਂ ਸੈਂਟਰਲ ਹਲਕੇ ਦੀ ਗੱਲ ਨਹੀਂ ਕਰੂੰਗਾ, ਪੂਰੇ ਲੁਧਿਆਣੇ ਨੂੰ ਨਹੀਂ, ਬਾਹਰ ਵੀ ਪਤਾ ਕਿ ਡਾਵਰ ਸਾਹਿਬ ਆਪਣੇ ਪੁੱਤਰ ਮੋਹ ਦੇ ਵਿੱਚ ਫਸੇ ਹੋਏ ਆ, ਜਿਹਦੇ ਕਰਕੇ ਉਹ ਕਿਸੇ ਵੀ ਯੂਥ ਨੂੰ ਮੂਹਰੇ ਨਹੀਂ ਆਉਣ ਦਿੰਦੇ। ਮੈਨੂੰ ਦੱਸ ਦਿਓ, ਕਿੰਨੇ ਕੁ ਯੂਥ ਨੂੰ ਉਹਨਾਂ ਨੇ ਕੌਂਸਲਰ ਦੀ ਇਲੈਕਸ਼ਨ ਦੇ ਵਿੱਚ ਟਿਕਟਾਂ ਦਿੱਤੀਆਂ? ਸੋ ਯੂਥ ਨੂੰ ਅੱਗੇ ਜੇ ਤੁਸੀਂ ਲੈ ਕੇ ਆਓਗੇ, ਉਹਨੂੰ ਆਪਣਾ ਪਿਆਰ ਦਿਓਗੇ, ਤੇ ਯੂਥ ਸਾਰੀ ਉਮਰ ਤੁਹਾਨੂੰ ਆਪਣੇ ਮੋਢਿਆਂ 'ਤੇ ਚੱਕ ਕੇ ਰੱਖੂਗਾ ਕਿ ਹਾਂ ਵੀ ਫਲਾਣੇ ਨੇ ਮੈਨੂੰ ਇੱਜ਼ਤ ਮਾਨ ਪਿਆਰ ਦਿੱਤਾ, ਮੈਨੂੰ ਫਲਾਣੀ ਮੈਨੂੰ ਜ਼ਮੀਨ ਤੋਂ ਲੈ ਕੇ ਅਰਸ਼ਾਂ 'ਤੇ ਲੈ ਗਿਆ। ਸੋ ਇੱਦਾਂ ਦੇ ਨੇਤਾ ਲੋਕਾਂ ਦੀ ਜ਼ਰੂਰਤ ਹੈ ਸਾਡੇ ਪੰਜਾਬ ਨੂੰ। ਤੁਹਾਨੂੰ ਲੱਗਦਾ ਉਹ ਕੀ ਚਾਹੁੰਦੇ ਨੇ ਕਿ ਮੇਰੇ ਤੋਂ ਬਾਅਦ ਮੇਰਾ ਪੁੱਤਰ ਹੀ ਐਮਐਲਏ ਬਣੇ? ਬਿਲਕੁਲ। ਤੁਸੀਂ ਸੁਣਦੇ ਨਹੀਂ? ਤੁਸੀਂ ਵੀ ਤਾਂ ਸੁਣਦੇ ਹੋ ਨਾ, ਤੁਸੀਂ ਦੇਖਦੇ ਵੀ ਹੋ। ਬਿਲਕੁਲ ਉਹਨਾਂ ਦੀ ਇਹੀ ਮਨਸ਼ਾ ਹੈ। ਮਤਲਬ ਉਹ ਹੋਰ ਨਹੀਂ ਕਿਸੇ ਨੂੰ ਅੱਗੇ ਆਉਣ? ਬਿਲਕੁਲ ਨਹੀਂ ਆਉਣ ਦਿੰਦੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਾਡੇ ਨਾਲ ਲੁਧਿਆਣਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਯੋਗੇਸ਼ ਹਾਂਡਾ ਜਿਹੜੇ ਕਹਿੰਦੇ ਨੇ ਕਿ ਇੱਥੋਂ ਦੇ ਜਿਹੜੇ ਹਲਕਾ ਸੈਂਟਰਲ ਦੇ ਵਿਧਾਇਕ ਨੇ ਸੁਰਿੰਦਰ ਸਿੰਘ ਡਾਵਰ, ਉਹਨਾਂ ਨੇ ਕੋਈ ਵੀ ਜਿਹੜਾ ਕੰਮ ਇੱਥੇ ਨਹੀਂ ਕਰਾਇਆ। ਕਈ ਕਰਾਏ ਵੀ ਨੇ, ਪਰ ਬਹੁਤ ਸਾਰੀਆਂ ਅਜਿਹੇ ਕੰਮ ਵੀ ਸੀ ਜਿਨ੍ਹਾਂ ਦੇ ਵੱਲ ਉਹਨਾਂ ਦਾ ਧਿਆਨ ਵੀ ਨਹੀਂ ਗਿਆ, ਤੇ ਖਾਸ ਤੌਰ 'ਤੇ ਵਰਕਰਾਂ ਨੂੰ ਅਣਦੇਖਾ ਕੀਤਾ, ਕਿਉਂਕਿ ਪੁੱਤਰ ਮੋਹ ਦੇ ਵਿੱਚ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਬੰਦ ਨੇ। ਉਹ ਇਹੀ ਚਾਹੁੰਦੇ ਨੇ ਕਿ ਮੇਰੇ ਤੋਂ ਬਾਅਦ ਜੇਕਰ ਕੋਈ ਐਮਐਲਏ ਹਲਕਾ ਸੈਂਟਰਲ ਤੋਂ ਬਣੇ ਤਾਂ ਮੇਰਾ ਉਹ ਪੁੱਤਰ ਹੀ ਬਣੇ। ਤਾਂ ਵਧੇਰੇ ਅਪਡੇਟ ਸੀ, ਸਾਨੂੰ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਕੈਮਰਾਮੈਨ ਰਣਬੀਰ ਸਿੰਘ ਦੇ ਨਾਲ, ਲੁਧਿਆਣਾ ਟਾਈਮਸ।